Hello guys, today's our topic next is 1.0504 characteristic of laser beam or main features of laser light. Laser light ਇੰਨੀ ਜ਼ਿਆਦਾ ਇੰਪੋਰਟੈਂਸ ਕਿਉਂ ਰੱਖਦੀ ਹੈ ਇਹ ਸਾਰਾ ਆਪਾਂ ਇਸ ਟੌਪਿਕ 'ਚ ਡਿਸਕਸ ਕਰਾਂਗੇ। ਕਿਉਂ ਲੇਜ਼ਰ ਲਾਈਟ ਇੰਨੀ ਡਿਫਰੈਂਟ ਹੈ ਬਾਕੀ ਸਾਰੀ ਲਾਈਟਸ 'ਚ, ਇਹਦੀ ਸਾਰੀ ਜਿਹੜੀ ਖਾਸੀਅਤ ਹੈ ਉਹ ਇਸ ਟੌਪਿਕ 'ਚ ਕਵਰ ਹੁੰਦੀ ਹੈ। ਨਾਓ ਵੀ ਗੈਟ ਸਟਾਰਟ। Light from the laser differs from light from the conventional sources like sun, flame, or an incandescent lamp in the number of ways. What is so special about the laser which distinguishes them from the other light sources? A laser beam possesses the following outstanding properties. ਜਿਹੜੀ ਲੇਜ਼ਰ ਲਾਈਟ ਹੈ ਉਹ ਆਪਣੀਆਂ ਇਹ ਚਾਰ ਆਊਟਸਟੈਂਡਿੰਗ ਪ੍ਰੋਪਰਟੀਜ਼ ਕਾਰਨ ਇੰਨੀ ਜ਼ਿਆਦਾ ਡਿਫਰੈਂਟ ਹੁੰਦੀ ਹੈ। ਉਹ ਕਿਹੜੀ ਪ੍ਰੋਪਰਟੀਜ਼ ਹੈ? ਹਾਈ ਡਾਇਰੈਕਸ਼ਨੈਲਿਟੀ, ਹਾਈ ਇੰਟੈਂਸਿਟੀ, ਐਕਸਟਰਾ ਆਰਡੀਨਰੀ ਮੋਨੋਕ੍ਰੋਮੈਟਿਸਿਟੀ, ਹਾਈ ਡਿਗਰੀ ਆਫ ਕੋਹਰੈਂਸ। ਫਸਟ ਵੀ ਡਿਸਕਸ ਇਹ ਡਾਇਰੈਕਸ਼ਨੈਲਿਟੀ। ਆਪਣੇ ਕੋਲ ਡਾਇਰੈਕਸ਼ਨੈਲਿਟੀ ਦਾ ਮਤਲਬ ਕੀ ਹੈ ਕਿ ਇੱਕ ਲਾਈਟ ਕਿੰਨੀ ਜ਼ਿਆਦਾ ਦੂਰੀ ਤੱਕ ਇੱਕ ਹੀ ਡਾਇਰੈਕਸ਼ਨ 'ਚ ਮੂਵ ਕਰ ਸਕਦੀ ਆ। ਆਪਾਂ ਦੇਖਦੇ ਹਾਂ ਜਿਹੜੀ ਆਮ ਲਾਈਟ ਹੁੰਦੀ ਹੈ, ਜਿਵੇਂ ਬਲਬ ਦੀ ਲਾਈਟ ਹੈ, ਉਹ ਕਿਵੇਂ ਟਰੈਵਲ ਕਰਦੀ ਆ? ਉਹ ਇਸ ਤਰ੍ਹਾਂ ਟਰੈਵਲ ਕਰਦੀ ਆ, ਮਤਲਬ ਕਿ ਅੱਗੇ ਅੱਗੇ ਜਾਂਦੀ, ਸਪਰੈਡ ਹੋ ਜਾਂਦੀ ਆ, ਉਹਦੀ ਕੋਈ ਡਾਇਰੈਕਸ਼ਨ ਮੇਨ ਨਹੀਂ ਰਹਿੰਦੀ ਕਿ ਉਹ ਪੂਰੇ ਦੇ ਜਿਵੇਂ ਆਪਣਾ ਬਲਬ ਹੁੰਦਾ ਇੱਕ ਕਮਰੇ 'ਚ ਪੂਰੀ ਤਰ੍ਹਾਂ ਆਪਣੀ ਲਾਈਟ ਨੂੰ ਸਪਰੈਡ ਕਰ ਦਿੰਦਾ। ਬਟ ਜਿਹੜੀ ਲੇਜ਼ਰ ਲਾਈਟ ਹੁੰਦੀ ਹੈ ਉਹ ਆਲਵੇਜ਼ ਇੱਕ ਹੀ ਡਾਇਰੈਕਸ਼ਨ 'ਚ ਟਰੈਵਲ ਕਰਦੀ ਆ ਔਰ ਬਹੁਤ ਜ਼ਿਆਦਾ ਦੂਰੀ ਤੈਅ ਕਰ ਲੈਂਦੀ ਹੈ। ਇੱਕ ਇਹਦੀ ਬਹੁਤ ਹੀ ਖਾਸ ਪ੍ਰੋਪਰਟੀ ਹੈਗੀ ਹੈ। The property of the laser beam is travels in particular direction without much spreading, known as directionality. The conventional light sources emit light in all directions. Light spread out considerably, or beam divergence of ordinary light spread in very large. But in case of the laser, the beam is almost along a particular direction with very little divergence. ਜਿਹੜੀ ਆਪਣੇ ਕੋਲ ਲੇਜ਼ਰ ਲਾਈਟ ਹੁੰਦੀ ਹੈ ਉਹਦੇ 'ਚ ਜਿਹੜਾ ਡਾਈਵਰਜੈਂਸ ਹੈ ਉਹ ਬਹੁਤ ਹੀ ਜ਼ਿਆਦਾ ਲਿਟਲ, ਮਤਲਬ ਕਿ ਨਾਮਾਤਰ ਹੀ ਹੁੰਦਾ ਹੈ, ਜਿਸ ਕਾਰਨ ਇਹ ਬਹੁਤ ਦੂਰੀ ਤੱਕ ਟਰੈਵਲ ਕਰਦੀ ਹੈ ਵਿਦਾਊਟ ਸਪਰੈਡਿੰਗ। The negligible amount of divergence in case of the lasers is primarily due to the diffraction effects of the aperture. ਜਿਹੜਾ ਮਾੜਾ ਮੋਟਾ ਆਪਣੇ ਕੋਲ ਸਪਰੈਡਿੰਗ ਹੁੰਦੀ ਵੀ ਹੈ ਉਹ ਕਾਹਦੇ ਲਈ ਹੁੰਦੀ ਹੈ? ਕਿਉਂਕਿ ਜਿਹੜਾ ਆਪਾਂ ਅਪਰਚਰ ਯੂਜ਼ ਕਰਦੇ ਹਾਂ ਕਿਸੇ ਇੰਸਟਰੂਮੈਂਟ ਜਿਹਦੇ 'ਚ ਆਪਣੇ ਕੋਲ ਲੇਜ਼ਰ ਬੀਮ ਅਮਿਟ ਹੋ ਰਹੀ ਹੈ ਤਾਂ ਉਹਦੇ ਅਪਰਚਰ ਤੋਂ ਡਾਇਫਰੈਕਸ਼ਨ ਕਾਰਨ ਹੁੰਦਾ। ਫੋਰ ਦਾ ਟਿਪੀਕਲ ਲੇਜ਼ਰ, the laser is primarily due to For typical laser, the beam divergence is about 0.01 milliradian after the travels a considerable distance. One can say that the beam spread less than 0.01 millimeter for every meter. ਬਹੁਤ ਹੀ small 0.01 millimeter ਲਈ ਇਹ spread ਹੁੰਦੀ ਹੈ। Let us consider a source laser which emit laser beam through a aperture of size t. Therefore, the beam diameter the beginning shall also be d. ਜਿਹੜਾ ਆਪਾਂ ਜਿਹੜੇ ਬੀਮ ਦੇ ਡਾਇਆਮੀਟਰ ਹੈ, ਜਿਹੜਾ ਅਪਰਚਰ ਹੈ ਉਹਦਾ ਆਪਾਂ ਡਾਇਆਮੀਟਰ ਕੀ ਬੰਨਿਆ d. Of the certain distance from the source the laser beam rays remain parallel without spreading. ਜਿਹੜੀ ਆਪਣੇ ਕੋਲ ਰੇਜ਼ ਨਿਕਲਦੀਆਂ ਕਿਸੇ ਵੀ ਲੇਜ਼ਰ 'ਚ ਉਹ ਪੈਰਲਲ ਹੁੰਦੀਆਂ, ਜਿਹਦੇ ਕਾਰਨ ਉਹ ਬਹੁਤ ਦੂਰੀ ਤੈਅ ਕਰ ਲੈਂਦੀਆਂ। ਦ ਡਿਸਟੈਂਸ ਇਜ਼ ਨੋਨ ਐਜ਼ ਰੀਲੇ ਰੇਂਜ। ਜਿੰਨੀ ਵੀ ਦੂਰੀ ਤੱਕ ਉਹ ਪੈਰਲਲ ਟਰੈਵਲ ਕਰਦੀਆਂ ਵਿਦਾਊਟ ਸਪਰੈਡਿੰਗ, ਉਸ ਰੇਂਜ ਨੂੰ ਕੀ ਕਹਿੰਦੇ ਆ? ਰੀਲੇ ਰੇਂਜ। ਦ ਵੇਵਲੈਂਥ ਇਜ਼ ਆਫ ਲੇਜ਼ਰ ਲਾਈਟ, ਦ ਰੀਲੇ ਰੇਂਜ ਇਜ਼ ਗਿਵਨ ਬਾਈ ਆਰ ਦੇ ਪੈਰ 'ਚ ਸਮੋਲ ਆਰ ਪਾਣੀ ਹੈ ਜੋ ਰੀਲੇ ਰੇਂਜ ਨੂੰ ਡਿਨੋਟ ਕਰੇਗੀ, ਇਕੁਅਲਸ ਟੂ ਡੀ ਸਕੁਅਰ ਅਪੋਨ ਲੈਮਡਾ। After converting a distance of order relay range, the beam being to spread due to diffraction effect. ਹੁਣ ਆਪਣੇ ਕੋਲ ਇਹ ਡਾਇਗਰਾਮ ਦਿੱਤੀ ਹੋਈ ਹੈ ਜਿਹਦੇ 'ਚ ਕੋਈ ਵੀ ਲੇਜ਼ਰ ਸੋਰਸ ਲਿੱਤਾ ਹੋਇਆ ਜਿਹਦੇ 'ਚ ਜਿਹੜੀ ਲੇਜ਼ਰ ਲਾਈਟ ਅਮਿਟ ਹੁੰਦੀ ਹੈ
ਇਹ ਉਹਦਾ ਡੀ ਡਾਇਆਮੀਟਰ ਹੈ ਰੇਂਜ ਦਾ। ਅਤੇ ਇੱਥੋਂ ਅਗਰ ਆਪਾਂ ਇਸ ਦੂਰੀ ਨੂੰ ਮਾਪੀਏ ਇਸ ਸੈਂਟਰ ਤੋਂ ਲੈ ਕੇ ਉਹਦੇ ਐਜ ਤੱਕ, ਤਾਂ ਜਿਹੜਾ ਐਂਗਲ ਬਣਾਉਂਦੀ ਆ ਉਹਨੂੰ ਕਹਿੰਦੇ ਆ ਥੀਟਾ। ਇਹ ਉਹਦੀ ਰੀਲੇ ਰੇਂਜ ਹੈਗੀ ਹੈ ਜਿੱਥੋਂ ਤੱਕ ਉਹ ਪੈਰਲਲ ਵਿਦਾਊਟ ਸਪਰੈਡਿੰਗ ਟਰੈਵਲ ਕਰਦੀ ਪਈ ਹੈ। ਇਹ ਉਹਦੀ ਟੋਟਲ ਲੈਂਥ ਹੈਗੀ ਹੈ। ਇਹ ਡੀ ਬੀ, ਇੱਥੋਂ ਆਰ ਇਹਦਾ ਐਜ 'ਤੇ ਜਿਹੜਾ ਘੇਰਾ ਬਣਾਉਂਦਾ ਪਿਆ ਉਹਦਾ ਕੀ ਹੈ radius. The beam divergence angle theta, also called angular spread, is related to wavelength lambda and beam diameter d through the relation theta equal to lambda upon d. अपने को relation आ गया. The divergence angle is measured from the center of the beam to the edge of the beam, where the edge is defined as the location of beam where the intensity of the beam drop decrease 1 by e times of the value of the center. अपने रिलेशन तो ਆਪਾਂ ਨੂੰ ਕੀ ਪਤਾ ਲੱਗਦਾ ਹੈ ਕਿ ਜਿਹੜੀ ਰੀਲੇ ਰੇਂਜ ਹੈ, ਰੀਲੇ ਰੇਂਜ ਜਾਂ ਫਿਰ ਆਪਣੀ ਲੇਜ਼ਰ ਲਾਈਟ ਹੈ ਉਹ ਪਹਿਲਾਂ ਪੈਰਲਲ ਆਪਣੇ ਕੋਲੇ ਟਰੈਵਲ ਕਰਦੀ ਆ। ਉਸ ਤੋਂ ਬਾਅਦ ਜਿਹੜਾ ਐਂਗਲ ਹੈ ਉਹ ਕਿੱਥੋਂ ਤੱਕ ਆਪਾਂ ਮੈਜ਼ਰ ਕਰਦੇ ਹਾਂ, ਜਦੋਂ ਉਹਦੇ ਸੈਂਟਰ ਤੋਂ ਲੈ ਕੇ ਐਜ ਤੱਕ। ਜਦੋਂ ਜਿਹੜੀ ਵੇਵ ਹੈ ਆਪਾਂ ਦੇਖਦੇ ਹਾਂ ਵੇਵ ਦੀ ਇੰਟੈਂਸਿਟੀ ਜਾਂ ਫਿਰ ਉਹ ਫਿੱਕੀ ਹੁੰਦੀ ਜਾਂਦੀ ਹੈ ਜਿਵੇਂ ਜਿਵੇਂ ਆਪਣੇ ਕੋਲ ਡਿਸਟੈਂਸ ਇਨਕਰੀਜ਼ ਕਰਦਾ ਹੈ। ਮਤਲਬ ਕਿ ਇਹ ਡਿਸਟੈਂਸ ਦੇ ਇਨਵਰਸਲੀ ਪ੍ਰਪੋਰਸ਼ਨਲ ਇਹਦੀ ਇੰਟੈਂਸਿਟੀ ਹੋ ਗਈ ਜਾਂ ਫਿਰ ਇਹਦੀ ਦਿਖਣ ਦੀ ਸਪੀਡ ਹੋ ਗਈ, ਮਤਲਬ ਕਿ ਜੋ ਵੀ ਹੈ ਇਹਦੇ ਡਿਸਟੈਂਸ ਉਹ ਇਨਵਰਸਲੀ ਪ੍ਰਪੋਰਸ਼ਨਲ ਹੈ। ਤਾਂ ਉਹ ਕੀ ਕਹਿੰਦੇ ਪਏ ਆ, ਜਿਹੜੀ ਆਪਣੇ ਕੋਲੇ ਆਪਾਂ ਦੇਖਦੇ ਹਾਂ ਐਜ ਆਫ ਦਾ ਬੀਮ ਵੇਅਰ ਦਾ ਐਜ ਇਜ਼ ਡਿਫਾਈਨਡ ਐਜ਼ ਦ ਲੋਕੇਸ਼ਨ ਆਫ ਦਾ ਬੀਮ ਵੇਅਰ ਦਾ ਇੰਟੈਂਸਿਟੀ, ਜਿਹੜੀ ਇੰਟੈਂਸਿਟੀ ਹੈ ਉਹ ਕਿੰਨੇ ਟਾਈਮ ਡਿਕਰੀਜ਼ ਹੁੰਦੀ ਹੈ 1 ਬਾਈ ਈ ਟਾਈਮਸ ਆਫ ਦਾ ਵੈਲਿਊ ਆਫ ਦਾ ਸੈਂਟਰ, ਜਿਹੜੀ ਸੈਂਟਰ ਤੋਂ 1 ਬਾਈ ਈ ਟਾਈਮਸ ਐਜ ਤੱਕ ਲੈਸ ਹੋ ਜਾਂਦੀ ਹੈ, ਡਿਕਰੀਜ਼ ਹੋ ਜਾਂਦੀ ਹੈ। ਰੇਡੀਅਸ ਇਕੁਅਲ ਟੂ ਆਰ ਇਜ਼ ਦਾ ਬੀਮ ਡਿਸਟੈਂਸ ਐਲ ਫਰੋਮ ਦਾ ਸੋਰਸ ਆਫ ਦਾ ਲੇਜ਼ਰ, ਜਿਹੜਾ ਇੱਥੇ ਦਿਖਾਇਆ ਗਿਆ। ਲੈਟ ਟੈਨ ਥੀਟਾ, ਹੁਣ ਆਪਾਂ ਇਹਦਾ ਸਲੋਪ ਲਵਾਂਗੇ। ਸਲੋਪ ਕੀ ਆ ਆਰ ਬਾਈ ਐਲ, ਆਰ ਜਿਹੜਾ ਆਪਣੇ ਕੋਲੇ ਆ ਵਾਲਾ ਰੇਡੀਅਸ ਲਿੱਤਾ ਹੋਇਆ ਅਪੋਨ ਆਰ, ਕਿਉਂਕਿ ਇਸ ਐਂਗਲ ਨੂੰ ਉਹਨਾਂ ਨੇ ਸਲੋਪ ਦੀ ਤਰ੍ਹਾਂ ਯੂਜ਼ ਕੀਤਾ ਟੈਨ ਥੀਟਾ। ਟੈਨ ਥੀਟਾ ਇਕੁਅਲ ਟੂ ਲੈਂਥ ਅਪੋਨ ਬੇਸ। If dB is the beam diameter then same length L, then dB equal to 2R, or R ਜਿਹੜਾ ਆਪਣੇ ਕੋਲੇ ਹੈਗਾ ਉਹਨੂੰ ਆਪਾਂ ਇਸ ਫਾਰਮ 'ਚ ਵੀ ਲਿਖ ਸਕਦੇ ਹਾਂ dB upon 2 tan theta। ਹੁਣ ਆਪਾਂ ਇਹਦੀ 2R ਦੀ ਵੈਲਿਊ ਪੁੱਟ ਕਰਦੇ ਹਾਂ ਕਿਉਂਕਿ ਡਾਇਆਮੀਟਰ ਇਕੁਅਲ ਟੂ 2 ਇੰਟੂ ਰੇਡੀਅਸ। ਆਪਾਂ ਇੱਥੇ ਇਹਦੀ ਵੈਲਿਊ ਪੁੱਟ ਕਰਤੀ। ਐਜ਼ ਬੀਮ ਡਾਈਵਰਜੈਂਸ ਇਜ਼ ਵੈਰੀ ਸਮਾਲ, ਅਗਰ ਆਪਾਂ ਦੇਖੀਏ ਜਿਹੜਾ ਆਪਣੇ ਕੋਲ ਡਾਈਵਰਜੈਂਸ ਆ ਬਹੁਤ ਹੀ ਸਮਾਲ ਹੁੰਦਾ ਹੈ ਲੇਜ਼ਰ ਦੇ। ਜਦੋਂ ਆਪਾਂ ਲੇਜ਼ਰ ਦੀ ਗੱਲ ਕਰਦੇ ਹਾਂ ਤਾਂ ਆਪਾਂ ਜਿਹੜਾ ਟੈਨ ਥੀਟਾ ਉਹਨੂੰ ਸਲੋਪ ਨੂੰ ਆਪਾਂ ਥੀਟਾ ਦੇ ਇਕੁਅਲ ਟੂ ਵੀ ਲੈ ਸਕਦੇ ਹਾਂ, ਅਪਰੋਕਸੀਮੇਟ ਲੈ ਲਿਆ ਆਪਾਂ। ਤਾਂ ਥੀਟਾ ਇਕੁਅਲ ਟੂ ਡੀ ਬੀ ਅਪੋਨ 2L ਹੋ ਗਿਆ। ਡੀ ਬੀ ਦੀ ਵੈਲਿਊ ਕਿੰਨੀ ਹੈ, ਇਹਨੂੰ ਉਧਰਲੀ ਸਾਈਡ ਮਲਟੀਪਲਾਈ ਕਰ ਦਿਓ ਤਾਂ ਆਪਣੇ ਕੋਲ ਇਹ ਟੋਟਲ ਡਾਇਆਮੀਟਰ ਆ ਗਿਆ, ਜਿਹੜਾ ਬੀਮ ਦਾ ਡਾਇਆਮੀਟਰ ਹੈ ਆਹ ਵਾਲੀ ਇਹ ਚੀਜ਼ ਦੀ ਵੈਲਿਊ ਹੈ ਆਪਣੇ ਕੋਲ ਕਿੰਨੀ ਆਈ ਹੈ 2L theta. The divergence of theta is very small, then beam diameter will also be very small. अगर अपने को ਜਿਹੜਾ थीटा ही बहुत small है ਜਾਂ ਫਿਰ L अपने को बहुत small है, ਜਿਹਦਾ ਮਤਲਬ ਕੀ ਹੈ ਇਹ ਸਾਰੀ ਚੀਜ਼ਾਂ ਡਾਇਰੈਕਟਲੀ ਪ੍ਰਪੋਰਸ਼ਨਲ ਹੈ, ਤਾਂ ਆਪਣੇ ਕੋਲ ਜਿਹੜਾ ਡੀ ਡਾਇਆਮੀਟਰ ਆ ਉਹ ਵੀ ਬਹੁਤ small ਹੋਏਗਾ not. The beam diameter dB is also called linear spread of a beam of distance L from the source. dB ਨੂੰ ਆਪਾਂ ਕੀ ਕਹਿ ਸਕਦੇ ਹਾਂ, ਲੀਨੀਅਰ ਸਪਰੈਡ ਕਹਿ ਸਕਦੇ ਹਾਂ। In the typical laser, they achieve the property of directionality. The laser source is put in between the two highly reflecting mirrors. ਅਗਰ ਲੇਜ਼ਰ ਲਾਈਟ ਦੇ ਜਿਹੜਾ ਸੋਰਸ ਹੈਗਾ ਉਹਨੂੰ ਦੋ ਹਾਈਲੀ ਰਿਫਲੈਕਟਿੰਗ ਮਿਰਰਸ ਦੇ ਬਿਟਵੀਨ ਰੱਖਿਆ ਜਾਵੇ, ਦੈਨ ਕਨਫੋਕਲ ਸਿਸਟਮ। ਕਨਫੋਕਲ ਸਿਸਟਮ ਆਪਣੇ ਕੋਲ ਕਿਹੜਾ ਹੁੰਦਾ, ਜਿਹਦੇ 'ਚ ਜਿਹੜੀ ਦੋ ਮਿਰਰ ਦੇ ਜਿਹੜੀ ਬਿਟਵੀਨ ਹੈ ਆਪਣੇ ਕੋਲ ਸੈਪਰੇਸ਼ਨ ਹੁੰਦੀ ਆ ਉਹ ਕਿੰਨੀ ਹੋਵੇ, ਜਿੰਨਾ ਕਿ ਇੱਕ ਰੇਡੀਅਸ ਆਫ ਕਰਵੇਚਰ ਆਫ ਈਚ ਮਿਰਰ ਹੈਗਾ, ਆਫ ਮਿਰਰ ਆਫ ਰੇਡਾਈ ਆਫ ਕਰਵੇਚਰ ਆਫ ਆਰਡਰ 100 centimeter diameter D, then beam of beginning is found at nearly equal to 0.03 into 10 raised to power minus 2 meter. If we substitute all these parameters in equation 1.2, then beam divergence can calculated ਥੀਟਾ ਇਕੁਅਲ ਟੂ ਲੈਮਡਾ ਅਪੋਨ ਡੀ। ਆਪਣੇ ਕੋਲੇ ਜਿਹੜੇ ਆਪਾਂ ਲਿੱਤੀ ਹੈ ਵੇਵਲੈਂਥ ਅਪੋਨ ਜਿਹੜਾ ਆਪਾਂ ਡਾਇਆਮੀਟਰ ਯੂਜ਼ ਕੀਤਾ ਉਹਨਾਂ ਨੂੰ ਆਪਾਂ ਕੈਲਕੂਲੇਟ ਕਰਕੇ
ਆਪਣੇ ਕੋਲੇ ਆ ਰੇਡੀਅੰਸ ਦੀ ਟਰਮ 'ਚ ਆਪਣੇ ਕੋਲੇ ਥੀਟੇ ਦੀ ਵੈਲਿਊ ਆ ਗਈ, ਵਿਚ ਸ਼ੋਜ਼ ਦੈਟ ਦ ਲੇਜ਼ਰ ਬੀਮ ਇਜ਼ ਵੈਰੀ ਸਮਾਲ ਡਾਇਵਰਜੈਂਸ ਔਰ ਹਾਈਲੀ ਡਾਇਰੈਕਸ਼ਨਲ। ਆਪਣੇ ਕੋਲੇ ਅਗਰ ਇਹਦੀ ਸਪਰੈਡ ਮਤਲਬ ਕਿ ਜਿਹੜਾ ਇਹਦਾ ਡਾਇਆਮੀਟਰ ਬਹੁਤ ਛੋਟਾ, ਮਤਲਬ ਕਿ ਇਹ ਸਪਰੈਡ ਬਹੁਤ ਘੱਟ ਹੁੰਦੀ ਹੈ। ਅਗਰ ਸਪਰੈਡ ਘੱਟ ਹੋਏਗੀ ਤਾਂ ਇਹਦਾ ਮਤਲਬ ਕੀ ਹੈ, ਇੱਕ ਹਾਈਲੀ ਡਾਇਰੈਕਸ਼ਨਲ ਨੇਚਰ ਹੋਏਗਾ ਇਹਦਾ। ਨੈਕਸਟ ਆਪਣੇ ਕੋਲੇ ਆਉਂਦਾ ਇਹਦੀ ਪ੍ਰੋਪਰਟੀ ਆਉਂਦੀ ਹੈ ਇੰਟੈਂਸਿਟੀ। The intensity of the laser beam is very high because of very small divergence and can focus extremely small dimensions। ਜਿਹੜੀ ਆਪਣੇ ਕੋਲੇ ਇੰਟੈਂਸਿਟੀ ਹੈ, ਇੰਟੈਂਸਿਟੀ ਲੇਜ਼ਰ ਬੀਮ ਦੀ ਬਹੁਤ ਹਾਈ ਹੁੰਦੀ ਆ। ਆਪਾਂ ਦੇਖਦੇ ਹਾਂ ਲੇਜ਼ਰ ਨੂੰ, ਜਿਹੜੀ ਰੈੱਡ ਕਲਰ ਦੀ ਆਪਣੇ ਕੋਲੇ ਲੇਜ਼ਰ ਆਉਂਦੀ ਹੈ, ਆਮ ਦੇਖਣ ਨੂੰ ਮਿਲਦੀ ਹੈ, ਉਹ ਬਹੁਤ ਦੂਰ ਤੱਕ ਆਪਣੇ ਕੋਲ ਆਪਾਂ ਉਹਦਾ ਨਿਸ਼ਾਨਾ ਲਾ ਸਕਦੇ ਹਾਂ। ਕਿਉਂ? ਕਿਉਂਕਿ ਉਹਦੀ ਇੰਟੈਂਸਿਟੀ ਬਹੁਤ ਹੁੰਦੀ ਹੈ। ਉਹ ਕਿਉਂ ਹੁੰਦੀ ਹੈ? ਕਿਉਂਕਿ ਇਹਦੇ 'ਚ ਬਹੁਤ ਵਧੀਆ ਪ੍ਰੋਪਰਟੀ ਹੈ, ਡਾਇਰੈਕਸ਼ਨਲ ਹੈਗੀ ਹੈ ਅਤੇ ਡਾਇਵਰਜੈਂਸ ਵੀ ਨਹੀਂ ਹੁੰਦੀ, ਬਹੁਤ ਘੱਟ ਸਪਰੈਡ ਹੁੰਦੀ ਹੈ। ਇਹਨੂੰ ਆਪਾਂ ਫੋਕਸਡ ਕਰ ਸਕਦੇ ਹਾਂ ਐਕਸਟ੍ਰੀਮਲੀ ਸਮਾਲ ਡਾਇਮੈਂਸ਼ਨ 'ਚ। ਟੇਕਿੰਗ ਦ ਅਕਾਊਂਟ ਆਫ ਡਾਇਫਰੈਕਸ਼ਨ ਇਫੈਕਟ, ਇਹ ਲੇਜ਼ਰ ਬੀਮ ਇਜ਼ ਫੋਕਸਡ ਇਨ ਦ ਰੀਜਨ ਰੇਡੀਅਸ ਲੈਮਡਾ ਐਫ ਅਪੋਨ ਏ, ਵੇਅਰ ਐਫ ਕਿੱਥੇ ਹੈ? ਏ ਕੀ ਆਪਾਂ ਨੂੰ ਦੱਸਦੀ ਹੈ? ਫੋਕਲ ਲੈਂਥ ਦੱਸਦੀ ਹੈ ਆਫ ਲੈਂਸ, ਐਂਡ ਏ ਇਜ਼ ਦ ਰੇਡੀਅਸ ਆਫ ਲੈਂਸ ਔਰ ਲੇਜ਼ਰ ਬੀਮ। ਫॉर ਟਿਪੀਕਲ ਲੈਂਥ, ਟਿਪੀਕਲ ਲੈਂਸ 'ਚ ਆਪਾਂ ਨੂੰ ਕੀ ਦੇਖਣ ਨੂੰ ਮਿਲਿਆ? ਏ ਕੀ ਆਪਾਂ 0.05 ਮੀਟਰ ਲੈ ਲੈਣਾ, ਫੋਕਲ 0.1 ਲੈਮਡਾ, ਐਂਡ ਦੈਨ ਆਪਾਂ ਇਹਨੂੰ ਏਰੀਆ ਆਫ ਸਪੋਟ, ਜਿੱਥੇ ਵੀ ਆਪਾਂ ਉਹਨੂੰ ਟਾਰਗੇਟ ਕੀਤਾ ਲੇਜ਼ਰ ਨੂੰ, ਉਹਦੇ ਜਿਹੜੇ ਸਪੋਟ ਦਾ ਆਪਾਂ ਏਰੀਆ ਕਿਵੇਂ ਲਵਾਂਗੇ? ਪਾਈ ਆਰ ਸਕੇਅਰ, ਅਤੇ ਆਪਾਂ ਰੇਡੀਅਸ ਕਿਹਨੂੰ ਲਵਾਂਗੇ? ਲੈਮਡਾ ਐਫ ਅਪੋਨ ਏ। ਇਹਨਾਂ ਸਾਰੀਆਂ ਦੀ ਵੈਲਿਊਜ਼ ਪੁੱਟ ਕਰਦੇ ਨੇ ਤਾਂ ਅਪਰੋਕਸੀਮੇਟ ਕਿੰਨਾ ਆਇਆ? 3 × 10⁻⁻12 ਮੀਟਰ ਸਕੁਆਇਰ ਫॉर 100 ਵਾਟ ਲੇਜ਼ਰ। ਹੁਣ ਅਗਰ ਆਪਾਂ ਇਹਦੀ ਇੰਟੈਂਸਿਟੀ ਨੂੰ ਕੈਲਕੂਲੇਟ ਕਰਨਾ ਹੈ, ਇੰਟੈਂਸਿਟੀ ਕੈਲਕੂਲੇਟ ਕਰਨ ਦਾ ਫਾਰਮੂਲਾ ਕੀ ਹੈ? ਪਾਵਰ ਅਪੋਨ ਏਰੀਆ। ਜਦੋਂ ਆਪਾਂ ਪਾਵਰ ਅਪੋਨ ਏਰੀਆ ਰੱਖਿਆ, ਪਾਵਰ ਕਿੰਨੀ ਹੈ? 100 ਵਾਟ ਰੱਖੀ ਆ ਆਪਾਂ, 100 ਵਾਟ ਅਪੋਨ 3 × 10⁻⁻12, ਐਂਡ ਦੈਨ ਆਪਾਂ ਇਹਨੂੰ ਕੈਲਕੂਲੇਟ ਕਰਕੇ ਇਹਦੀ ਇੰਟੈਂਸਿਟੀ ਫਾਈਂਡ ਕਰ ਸਕਦੇ ਹਾਂ। ਫॉर ਹਾਈ ਪਾਵਰ ਪਲਸਿਸ ਲੇਜ਼ਰ ਦ ਇੰਟੈਂਸਿਟੀ ਆਫ ਇਨਨੋਰਮਸਲੀ ਹਾਈ। ਆਪਾਂ ਕੀ ਦੇਖਦੇ ਹਾਂ? ਜਿਹੜੀ ਇੰਟੈਂਸਿਟੀ ਆ ਉਹ ਬਹੁਤ ਜ਼ਿਆਦਾ ਹਾਈ ਹੁੰਦੀ ਹੈ। ਹਾਈ ਇੰਟੈਂਸਿਟੀ ਆਫ ਲੇਜ਼ਰ ਲੀਡਸ ਟੂ ਮੈਨੀ ਇੰਡਸਟਰੀਅਲ ਐਪਲੀਕੇਸ਼ਨਸ ਸਚ ਐਜ਼ ਵੈਲਡਿੰਗ ਐਂਡ ਕਟਿੰਗ। ਬਹੁਤ ਜ਼ਿਆਦਾ ਇੰਟੈਂਸਿਟੀ ਹੋਣ ਦੇ ਕਾਰਨ ਇਹਨੂੰ ਬਹੁਤ ਸਾਰੀ ਚੀਜ਼ਾਂ 'ਚ ਯੂਜ਼ ਕੀਤਾ ਜਾਂਦਾ, ਜਿਵੇਂ ਵੈਲਡਿੰਗ, ਬਹੁਤ ਵੱਡੀਆਂ ਵੱਡੀਆਂ ਮੈਟਲਾਂ ਨੂੰ ਜੋੜਨ 'ਚ ਜਾਂ ਫਿਰ ਉਹਨਾਂ ਦੀ ਕਟਿੰਗ ਕਰਨ 'ਚ ਇਹਦਾ ਯੂਜ਼ ਕੀਤਾ ਜਾਂਦਾ ਹੈ। ਮੋਨੋਕ੍ਰੋਮੈਟੀਸਿਟੀ, ਮੋਨੋਕ੍ਰੋਮੈਟੀਸਿਟੀ ਦਾ ਮਤਲਬ ਕੀ ਹੈ? ਜਿਹੜੀ ਲੇਜ਼ਰ ਲਾਈਟ ਹੈ ਉਹਦੇ ਅੰਦਰ ਜਿੰਨੇ ਵੀ ਆਪਣੇ ਕੋਲੇ ਵੇਵਸ ਨਿਕਲਣਗੀਆਂ ਉਹ ਸਾਰੀ ਇਨ ਫੇਜ਼ ਹੋਣਗੀਆਂ, ਸਿੰਗਲ ਫ੍ਰੀਕੁਐਂਸੀ ਦੀਆਂ ਹੋਣਗੀਆਂ, ਸਿੰਗਲ ਵੇਵਲੈਂਥ ਦੀਆਂ ਹੋਣਗੀਆਂ। ਬਟ ਜਿਹੜੀ ਆਰਡੀਨਰੀ ਲਾਈਟ ਹੁੰਦੀ ਆ ਉਹਦੇ 'ਚ ਕਿਸੇ ਦੀ ਵੇਵਲੈਂਥ ਕਿੰਨੀ ਹੁੰਦੀ ਹੈ, ਕਿਸੇ ਦੀ ਫ੍ਰੀਕੁਐਂਸੀ ਘੱਟ ਹੁੰਦੀ ਹੈ, ਵੱਧ ਹੁੰਦੀ ਹੈ। ਇਸੇ ਕਰਕੇ ਉਹ ਅਲੱਗ-ਅਲੱਗ ਵੇਵਲੈਂਥ ਜਾਂ ਫ੍ਰੀਕੁਐਂਸੀ ਦੇ ਅਕੋਰਡਿੰਗ ਸਪਲਿਟ ਵੀ ਹੋ ਜਾਂਦੀ ਹੈ, ਜਿੱਥੇ ਆਪਾਂ ਨੂੰ ਵਿਬਗਿਓਰ ਮਿਲਦਾ। ਬਟ ਲੇਜ਼ਰ 'ਚ ਕੀ ਹੁੰਦਾ? ਲੇਜ਼ਰ 'ਚ ਇਹੋ ਜਿਹਾ ਕੁਛ ਵੀ ਨਹੀਂ ਹੁੰਦਾ। ਲੇਜ਼ਰ 'ਚ ਸਿੰਗਲ ਫ੍ਰੀਕੁਐਂਸੀ ਐਂਡ ਸਿੰਗਲ ਵੇਵਲੈਂਥ ਦੀ ਵੇਵਸ ਟਰੈਵਲ ਕਰਦੀਆਂ। The light emits by the laser extraordinary monochromatic. It is very small frequency spread del V. Del V ਇੱਥੇ ਕੀ ਡਿਨੋਟ ਕਰਦੀ ਹੈ? frequency spread ਨੂੰ ਡਿਨੋਟ ਕਰਦੀ ਹੈ। Let the spectral line emitted have frequencies of region V minus del V upon 2 less than equal to V less than equal to V plus del V upon 2 around the central frequency V. Then the quantity del V upon V represent a monochromaticity of radiation. The higher the value of del V upon V is smaller the monochromaticity. ਤਾਂ ਇੱਥੋਂ ਆਪਾਂ ਨੂੰ ਕੀ ਪਤਾ ਲੱਗਦਾ? ਜਿਹੜੀ del V upon V ਹੈ ਇਹ ਕੀ ਹੈ? ਇਨਵਰਸਲੀ ਪ੍ਰਪੋਰਸ਼ਨਲ ਕਿਹਦੇ? ਮੋਨੋਕ੍ਰੋਮੈਟੀਸਿਟੀ ਦੇ। ਅਗਰ ਆਪਣੇ ਕੋਲੇ del V upon V ਦੀ ਵੈਲਿਊ ਜ਼ਿਆਦਾ ਹੋਏਗੀ ਤਾਂ ਆਪਣੇ ਕੋਲੇ ਮੋਨੋਕ੍ਰੋਮੈਟੀਸਿਟੀ ਘੱਟ ਹੋਏਗੀ। ਅਗਰ ਮੋਨੋਕ੍ਰੋਮੈਟੀਸਿਟੀ ਜ਼ਿਆਦਾ ਹੈ ਤਾਂ ਇਹਦੀ ਵੈਲਿਊ ਘੱਟ ਹੋਣੀ ਚਾਹੀਦੀ ਹੈ। ਆਰਡੀਨਰੀ ਲਾਈਟ ਲਈ ਦੇਖਦੇ ਹਾਂ ਇਹਦੀ ਵੈਲਿਊ ਕਿੰਨੀ ਆਉਂਦੀ ਹੈ? 2 × 10⁻⁵। ਹਾਲਾਂਕਿ ਜਿਹੜੀ ਆਪਣੇ ਕੋਲੇ ਲੇਜ਼ਰ ਲਾਈਟ ਆ ਉਹਦੀ ਵੈਲਿਊ ਬਹੁਤ ਸਮੋਲ ਆਉਂਦੀ ਹੈ, ਜਿਹਦੇ ਕਾਰਨ ਆਪਣੀ ਮੋਨੋਕ੍ਰੋਮੈਟੀਸਿਟੀ ਲੇਜ਼ਰ ਲਾਈਟ ਦੀ ਬਹੁਤ ਵੱਧ ਹੈ। ਆਪਾਂ ਇਸ ਗ੍ਰਾਫ ਤੋਂ ਵੀ ਸਮਝ ਸਕਦੇ ਹਾਂ ਨਾ ਅਸਲ 'ਚ ਵਿੱਚ ਆਉਣਾ ਹੈ, ਬਿਲਕੁਲ ਸੈਂਟਰ 'ਚ ਆਉਣਾ ਹੈ। ਆ ਕੁਛ ਇਸ ਤਰ੍ਹਾਂ ਦਾ ਗ੍ਰਾਫ ਬਣੇਗਾ। ਆਪਾਂ ਦੇਖਦੇ ਹਾਂ ਜਿਹੜੀ ਇਹਦੀ ਸਪਰੈਡ ਆ ਹੈਗੀ ਆ, ਫ੍ਰੀਕੁਐਂਸੀ ਸਪਰੈਡ ਹੈ ਕਿੰਨੀ ਜ਼ਿਆਦਾ ਹੈ। ਆ ਕਿਹਨੂੰ ਡਿਨੋਟ ਕਰਦੀ ਆ? ਆਰਡੀਨਰੀ ਲਾਈਟ ਨੂੰ ਕਰਦੀ ਆ। ਬਟ ਉੱਥੇ ਅਗਰ ਆਪਾਂ ਦੇਖੀਏ
ਆ ਕੀ ਆਪਣੇ ਕੋਲੇ ਜਿਹੜੇ ਆ ਵਾਲੀ ਲਾਈਨ ਹੈਗੀ ਆ ਕਿਹਨੂੰ ਸ਼ੋ ਕਰਦੀ ਹੈ, ਲੇਜ਼ਰ ਲਾਈਟ ਨੂੰ। ਇਹਦੀ ਫ੍ਰੀਕੁਐਂਸੀ ਸਪਰੈਡ ਬਹੁਤ ਘੱਟ ਹੈਗੀ ਹੈ, ਜਿਹਦੇ ਨਾਲ ਇਹਦੀ ਵੇਵਲੈਂਥ ਘੱਟ ਹੈਗੀ ਹੈ, ਇਹਦੀ ਵੇਵਲੈਂਥ ਜ਼ਿਆਦਾ ਹੈ। ਤਾਂ ਆਪਾਂ ਨੂੰ ਕੀ ਪਤਾ ਲੱਗਦਾ, ਮੋਨੋਕ੍ਰੋਮੈਟਿਸਿਟੀ ਜਿਹੜੀ ਲੇਜ਼ਰ ਲਾਈਟ ਦੀ ਹੈ ਉਹ ਜ਼ਿਆਦਾ ਹੈ ਕਿਹਦੇ ਨਾਲੋਂ, ਆਰਡੀਨਰੀ ਲਾਈਟ ਨਾਲੋਂ। where V is frequency is corresponding to the mean wavelength lambda equal to 6000 Armstrong is visible region. Thus the laser beam is high degree of monochromaticity. Even for poor quality solid state laser has a bandwidth del V equal to 10 raised to power 9 Hertz or del lambda approximate 0.01 Armstrong is very small. Then line width of emitted by an ordinary source is very large as comparison to the laser seen figure. For example, width of ordinary ruby source is 3 Armstrong, where only 5 into 10 raised to power minus 4 Armstrong for ruby laser using the same material. For following ਆਪਾਂ ਇਸ ਟੇਬਲ ਤੋਂ ਦੇਖਦੇ ਹਾਂ ਜਿਹੜੀ ਆਪਣੇ ਕੋਲੇ ਆ ਸਾਰਾ ਕੁਝ ਕਿਹਨੂੰ ਦੱਸਦਾ, ਕਿਹੜੇ ਐਕਸਪੈਰੀਮੈਂਟ ਨੂੰ ਦੱਸਦਾ, ਇਹ ਸਾਰਾ ਇਸੇ ਬਾਰੇ ਦੱਸਦਾ ਕਿ ਆਰਡੀਨਰੀ ਲਾਈਟ ਜਿਹੜੀ ਹੁੰਦੀ ਹੈ ਉਹਦੀ ਸਪਰੈਡ ਬਹੁਤ ਜ਼ਿਆਦਾ ਹੁੰਦੀ ਹੈ, ਹਾਲਾਂਕਿ ਜਿਹੜੀ ਲੇਜ਼ਰ ਲਾਈਟ ਹੁੰਦੀ ਆ ਉਹਦੀ ਸਪਰੈਡ ਬਿਲਕੁਲ ਘੱਟ ਨਹੀਂ ਹੁੰਦੀ। ਵੈਸੇ ਇੰਨਾ ਜ਼ਰੂਰੀ ਨਹੀਂ ਹੈ, ਆਪਾਂ ਅਗਰ ਐਗਜ਼ਾਮ 'ਚ ਇੱਥੋਂ ਤੱਕ ਵੀ ਲੈ ਕੇ ਆਏ ਤਾਂ ਆਪਣੇ ਪੂਰੇ ਮਾਰਕਸ ਬਣਨਗੇ, ਉਹਦੇ ਨਾਲ ਆਪਾਂ ਇਹ ਗ੍ਰਾਫ ਬਣਾ ਦੇਣਾ। ਸੋ ਆਪਾਂ ਲਿਖ ਦਾਂਗੇ ਸਰਪ੍ਰਾਈਜ਼ ਐਟ ਦ ਰੈਂਡਮ emission arising out of spontaneous emission. It is spontaneous emission which limits ultimate monochromaticity of laser light. ਇਹ ਆਪਾਂ ਨੂੰ ਕੀ ਦੱਸਦਾ ਕਿ ਜਿਹੜੀ emission arise ਹੁੰਦੀ ਹੈ spontaneous emission ਕਹਿੰਦੇ ਆ ਇਹਨੂੰ। The spontaneous emission which limits ultimate monochromaticity of laser ਹੈ। ਤਾਂ ਜਿਹੜੀ ਆ spontaneous emission ਕੀ ਦੱਸਦੀ ਹੈ, ਇਹ ਆਪਣੀ ਲੇਜ਼ਰ ਲਾਈਟ ਦੀ ਅਲਟੀਮੇਟ ਮੋਨੋਕ੍ਰੋਮੈਟਿਸਿਟੀ ਬਾਰੇ ਦੱਸਦੀ ਹੈ। ਥੈਂਕ ਯੂ ਫॉर ਵਾਚਿੰਗ। ਦ ਨੈਕਸਟ ਪਾਰਟ 'ਚ ਆਪਾਂ ਇਹਦੀ ਕੋਹਰੈਂਸ ਪ੍ਰੋਪਰਟੀ ਨੂੰ ਡਿਸਕਸ ਕਰਾਂਗੇ। ਸੋ ਇਹ ਵੀਡੀਓ ਇੱਥੇ ਹੀ ਖ਼ਤਮ ਕਰਦੇ ਹਾਂ।